ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਬਰਨ ਕੌਰ ਮਾਨ। ਖਬਰਾਂ ਦੇਸ਼ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇਸ਼ ਬੁਲੇਟਿਨ ਦੇ ਸਪਾਂਸਰ ਹਨ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਮਾਈਕ ਪੈਂਸ ਲਗਵਾਉਣਗੇ ਕੋਰੋਨਾ ਵਾਇਰਸ ਦਾ ਟੀਕਾ। ਵਰਲਡ ਸਿੱਖ ਪਾਰਲੀਮੈਂਟ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਦਾ 1 ਸਾਲ ਦਾ ਠੇਕਾ ਕਾਸ਼ਤਕਾਰਾਂ ਕੋਲੋਂ ਨਾ ਲੈਣ ਦੀ ਅਪੀਲ ਕੀਤੀ ਹੈ। ਅਮਰੀਕਾ ਵਿੱਚ ਕੋਰੋਨਾ ਵੈਕਸੀਨ ਤੋਂ ਬਾਅਦ ਲੋਕਾਂ ਦੀ ਸਿਹਤ ਹੋਈ ਖਰਾਬ। ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ। ਖੇਤੀਬਾੜੀ ਮੰਤਰੀ ਦੇ ਭਰੋਸੇ ਤੇ ਕਿਸਾਨ ਆਗੂਆਂ ਨੇ ਕਿਹਾ ਕਾਨੂੰਨ ਰੱਦ ਹੋਣ ਤੱਕ ਜਾਰੀ ਰਹੇਗਾ ਅੰਦੋਲਨ। ਅਮਰੀਕੀ ਪਾਬੰਦੀ ਪਿੱਛੋਂ ਵੀ ਤੁਰਕੀ ਰੂਸ ਤੋਂ ਹਥਿਆਰ ਖਰੀਦੇਗਾ। ਅਫਗਾਨਿਸਤਾਨ ਨੂੰ ਭਾਰਤ ਤੋਂ ਦੂਰ ਕਰਨ ਦੀ ਤਾਕ 'ਚ ਇਮਰਾਨ। ਪੁਤਿਨ ਨੇ ਕਿਹਾ 2016 'ਚ ਟਰੰਪ ਦੇ ਜਿੱਤਣ ਪਿੱਛੇ ਰੂਸੀ ਹੈਕਰਾਂ ਦੀ ਨਹੀਂ ਸੀ ਕੋਈ ਭੂਮਿਕਾ। ਮੋਡਰਨਾ ਦੀ ਕੋਰੋਨਾ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਦੇਣ ਦੀ ਤਿਆਰੀ 'ਚ ਅਮਰੀਕਾ। ਜੋ ਬਾਈਡਨ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਇਕੱਠੀ ਹੋਵੇਗੀ ਭੀੜ। ਚੀਨ ਤੇ UAE ਦੀਆਂ 4 ਕੰਪਨੀਆਂ ਕਾਲੀ ਸੂਚੀ 'ਚ ਪਈਆਂ। ਇਹ ਕੰਪਨੀਆਂ ਈਰਾਨ ਤੋਂ ਲੈ ਰਹੀਆਂ ਸਨ ਪੈਟਰੋਲ ਕੈਮੀਕਲਸ। ਅਮਰੀਕਾ 'ਚ ਤੇਜ਼ ਬਰਫ਼ਬਾਰੀ ਟੀਕਾਕਰਨ ਮੁਹਿੰਮ ਹੋ ਸਕਦੀ ਹੈ ਪ੍ਰਭਾਵਿਤ। UK ਕੋਰੋਨਾ ਵਾਇਰਸ ਟੀਕਾਕਰਨ ਦੇ ਪਹਿਲੇ ਹਫ਼ਤੇ ਦੌਰਾਨ ਲਗਾਏ ਗਏ 1,40,000 ਤੋਂ ਵੱਧ ਟੀਕੇ। WHO ਨੇ ਕਿਹਾ ਏਸ਼ੀਆ ਪੈਸੀਫਿਕ 'ਚ ਟੀਕਾ 2021 'ਚ। ਖੇਤੀ ਰਹਿੰਦ ਖੂੰਹਦ ਦੇ ਹੱਲ ਲਈ ਭਾਰਤੀ ਉਦਮੀ ਨੂੰ ਸੰਯੁਕਤ ਰਾਸ਼ਟਰ ਸਨਮਾਨ। ਪੇਸ਼ ਨੇ ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਦੌਰਾਨ ਦੇਸ਼ ਵਾਸੀਆਂ ਨੂੰ ਕੋਰੋਨਾ ਵਾਇਰਸ ਟੀਕਾ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਉਪ ਰਾਸ਼ਟਰਪਤੀ ਮਾਈਕ ਪੈਂਸ ਸ਼ੁੱਕਰਵਾਰ ਨੂੰ ਕੋਵਿਡ-19 ਵਾਇਰਸ ਦਾ ਟੀਕਾ ਲਗਵਾਉਣ ਦੀ ਤਿਆਰੀ ਵਿੱਚ ਹਨ, ਜਦੋਂ ਕਿ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਨੂੰ ਅਗਲੇ ਹਫ਼ਤੇ ਇਹ ਟੀਕਾ ਲਗਾਇਆ ਜਾ ਸਕਦਾ ਹੈ। ਪੈਂਸ ਨੇ ਦਫ਼ਤਰ ਅਨੁਸਾਰ ਉਪ ਰਾਸ਼ਟਰਪਤੀ ਅਤੇ ਉਹਨਾਂ ਦੀ ਪਤਨੀ ਕੈਰਨ ਪੈਂਸ ਵਾਈਟ ਹਾਊਸ ਵਿੱਚ ਟੀਕਾ ਲਗਵਾਉਣਗੇ। ਇਸ ਦੇ ਨਾਲ ਹੀ ਪੈਂਸ ਦੇ ਦਫ਼ਤਰ ਨੇ ਕਿਹਾ ਕਿ ਉਹ ਟੀਕੇ ਦੀ ਸੁਰੱਖਿਆ ਅਤੇ ਕਾਰਜਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਅਤੇ ਅਮਰੀਕੀ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਲਈ ਟੀਕੇ ਦੀ ਖੁਰਾਕ ਨੂੰ ਜਨਤਕ ਤੌਰ ਤੇ ਲੈਣਗੇ। ਇਸ ਤੋਂ ਇਲਾਵਾ ਪੈਂਸ ਦੇ ਸਰਜਨ ਜਨਰਲ ਜਰੋਮ ਐਡਮੇਜ਼ ਵੀ ਇਸ ਮੌਕੇ ਟੀਕਾ ਪ੍ਰਾਪਤ ਕਰਨਗੇ। ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਦੇ ਟੀਕਾਕਰਨ ਸੰਬੰਧੀ ਉਹਨਾਂ ਦੀ ਟੀਮ ਦੇ ਬੁਲਾਰੇ ਅਨੁਸਾਰ ਉਹਨਾਂ ਨੂੰ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਟੀਕਾ ਲਗਾਇਆ ਜਾ ਸਕਦਾ ਹੈ। ਬਾਈਡਨ ਕੋਰੋਨਾ ਟੀਕੇ ਨੂੰ ਜਨਤਕ ਤੌਰ ਤੇ ਲੈਣ ਦਾ ਐਲਾਨ ਕਰ ਚੁੱਕੇ ਹਨ ਅਤੇ ਉਹਨਾਂ ਨੇ ਬੁੱਧਵਾਰ ਨੂੰ ਟੀਕੇ ਸੰਬੰਧੀ ਬਿਆਨ ਵਿੱਚ ਕਿਹਾ ਕਿ ਉਹ ਟੀਕਾ ਪ੍ਰਾਪਤ ਕਰਨ ਲਈ ਤਰਜੀਹ ਵਾਲੇ ਕਾਮਿਆਂ ਨੂੰ ਅੱਗੇ ਨਹੀਂ ਕੱਟਣਾ ਚਾਹੁੰਦੇ ਹਨ, ਜਦਕਿ ਟੀਕਾਕਰਨ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸੇ ਯੋਜਨਾ ਦਾ ਫਿਲਹਾਲ ਐਲਾਨ ਨਹੀਂ ਕੀਤਾ ਹੈ। ਅਮਰੀਕੀ ਰਾਜਨੀਤੀ ਦੇ ਇਹਨਾਂ ਮਹਾਰਥੀਆਂ ਤੋਂ ਇਲਾਵਾ 3 ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ W ਬੁਸ਼ ਅਤੇ ਬਿਲ ਕਲਿੰਟਨ ਨੇ ਵੀ ਕਿਹਾ ਹੈ ਕਿ ਉਹ ਇਲਾਜ ਨੂੰ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਕਰਨ ਲਈ ਜਨਤਕ ਤੌਰ ਤੇ ਕੋਰੋਨਾ ਵਾਇਰਸ ਟੀਕਾ ਲਗਵਾਉਣ ਲਈ ਤਿਆਰ ਹਨ। ਸਿੱਖ ਕੋਆਰਡੀਨੇਸ਼ਨ ਨੇ ਕੋਆਰਡੀਨੇਟਰ ਹਿੰਮਤ ਸਿੰਘ ਵੱਲੋਂ ਜਾਰੀ ਬਿਆਨ ਵਿੱਚ, ਜਿਨ੍ਹਾਂ 'ਚ ਡਾਕਟਰ ਪ੍ਰਿਤਪਾਲ ਸਿੰਘ, ਭਾਈ ਜੋਗਾ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਵੇਲੇ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਬਜ਼ੁਰਗ, ਜਵਾਨ, ਮਾਤਾਵਾਂ, ਭੈਣਾਂ, ਬੱਚੇ ਆਦਿ ਠੰਡ ਦੇ ਮੌਸਮ ਵਿੱਚ ਆਪਣੀਆਂ ਬਿਮਾਰੀਆਂ ਦੀ ਪਰਵਾਹ ਨਾ ਕਰਦੇ ਹੋਏ ਦਿੱਲੀ ਸੰਘਰਸ਼ ਵਿੱਚ ਡਟੇ ਹੋਏ ਹਨ। ਕਈ ਪਰਿਵਾਰ ਤਾਂ ਘਰਾਂ ਨੂੰ ਜਿੰਦਰੇ ਮਾਰ ਕੇ ਦਿੱਲੀ ਡੇਰੇ ਲਾਈ ਬੈਠੇ ਹਨ। ਇਹੋ ਜਿਹੇ ਹਾਲਾਤਾਂ ਵਿੱਚ ਅਸੀਂ ਆਪਣੇ ਕੌਮੀ ਫਰਜ਼ ਨੂੰ ਪਹਿਚਾਣਦੇ ਹੋਏ ਅਤੇ ਆਪਣੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਤੋਂ ਚੱਲਦਿਆਂ ਆਪਣੇ ਵਿਦੇਸ਼ੀ ਸਿੱਖ ਭਰਾਵਾਂ ਜਿਨ੍ਹਾਂ ਦੀ ਜ਼ਮੀਨਾਂ ਪੰਜਾਬ ਵਿੱਚ ਠੇਕੇ ਤੇ ਹਨ ਨੂੰ ਅਪੀਲ ਕਰਦੇ ਹਾਂ ਕਿ ਉਹ 1 ਸਾਲ ਦੇ ਠੇਕੇ ਦੀ ਰਕਮ ਸੰਘਰਸ਼ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨਾਂ ਕੋਲੋਂ ਨਾ ਲੈਣ। ਇਸ ਨਾਲ ਜਿੱਥੇ ਉਹਨਾਂ ਦਾ ਆਰਥਿਕ ਭਾਰ ਹਲਕਾ ਹੋਵੇਗਾ, ਉੱਥੇ ਕੌਮੀ ਪਿਆਰ ਵਿੱਚ ਵੀ ਵਾਧਾ ਹੋਵੇਗਾ, ਜੋ ਕਿ ਅੱਜ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਅਤੇ ਆਰਥਿਕਤਾ ਕਾਰਪੋਰੇਟ ਲੁਟੇਰਿਆਂ ਅਤੇ ਤਾਨਾਸ਼ਾਹੀ ਦਿੱਲੀ ਹਕੂਮਤ ਤੋਂ ਬਚਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਵਿੱਢਿਆ ਸੰਘਰਸ਼ ਸਹਿਜੇ ਸ਼ਾਂਤਮਈ ਇਨਕਲਾਬੀ ਲਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਨੇ ਬੇਇਨਸਾਫੀ ਦੇ ਖਿਲਾਫ ਜਿਸ ਦੂਰ ਅੰਦੇਸ਼ੀ, ਬੁੱਧੀਮੱਤਾ ਤੇ ਦ੍ਰਿੜਤਾ ਨਾਲ ਸੰਘਰਸ਼ ਦੀ ਅਗਵਾਈ ਕੀਤੀ ਹੈ, ਉਸ ਦੇ ਲਈ NRI ਸਿੱਖ ਉਹਨਾਂ ਨੂੰ ਵਧਾਈ ਦਿੰਦੇ ਹਨ। ਇਹਨਾਂ ਆਗੂਆਂ ਨੇ ਵਿਦੇਸ਼ੀ ਸਿੱਖਾਂ ਲਈ ਜਾਰੀ ਅਪੀਲ ਵਿੱਚ ਕਿਹਾ ਹੈ ਕਿ ਅਸੀਂ ਵੱਖ-ਵੱਖ ਮੁਲਕਾਂ ਵਿੱਚ ਭਾਰਤੀ ਦੂਤਘਰਾਂ ਦੇ ਸਾਹਮਣੇ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ, ਕਾਰ ਤੇ ਟਰੱਕ ਰੈਲੀਆਂ ਕਰ ਰਹੇ ਹਾਂ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰ ਰਹੇ ਹਾਂ ਤੇ ਵੱਖ-ਵੱਖ ਮੁਲਕਾਂ ਦੇ MP ਨਾਲ ਸੰਪਰਕ ਬਣਾ ਕੇ ਕਿਸਾਨਾਂ ਦੇ ਹੱਕ ਵਿੱਚ ਭਾਰਤ ਸਰਕਾਰ ਕੋਲ ਦਬਾਅ ਪਾ ਰਹੇ ਹਾਂ। ਉਹਨਾਂ ਆਸ ਜਤਾਈ ਕਿ ਸਾਡੀ ਅਪੀਲ ਤੇ ਅਮਲ ਕਰਦਿਆਂ ਕਿਸਾਨ ਭਰਾਵਾਂ ਦਾ ਠੇਕਾ 1 ਸਾਲ ਲਈ ਖਤਮ ਹੋਵੇਗਾ।
ਅਮਰੀਕਾ ਦੇ ਅਲਾਸਕਾ 'ਚ ਫਾਈਜ਼ਰ ਕੰਪਨੀ ਦਾ ਕਰੋਨਾ ਟੀਕਾ ਲਗਵਾਉਂਦੇ ਹੀ 2 ਲੋਕਾਂ ਦੀ ਸਿਹਤ ਖਰਾਬ ਹੋ ਗਈ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ICU 'ਚ ਦਾਖਲ ਕਰਵਾਉਣਾ ਪਿਆ। ਟੀਕੇ ਦੇ ਮਾੜੇ ਪ੍ਰਭਾਵਾਂ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਬ੍ਰਿਟੇਨ 'ਚ ਵੀ ਇਸ ਦੇ ਮਾੜੇ ਪ੍ਰਭਾਵਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੇ ਟੀਕਾਕਰਨ ਪ੍ਰੋਗਰਾਮ ਤੇ ਕੋਈ ਅਸਰ ਨਹੀਂ ਪਵੇਗਾ। ਤਾਜ਼ਾ ਮਾਮਲਾ ਅਲਾਸਕਾ ਸਥਿਤ ਇੱਕ ਹਸਪਤਾਲ ਦੇ 2 ਮੁਲਾਜ਼ਮਾਂ ਦਾ ਹੈ, ਜਿਨ੍ਹਾਂ ਨੂੰ ਇਸ ਹਫ਼ਤੇ ਟੀਕਾ ਲਗਾਇਆ ਗਿਆ ਸੀ। ਵਾਟਲੇਟ ਰੀਜਨਲ ਹਸਪਤਾਲ 'ਚ ਕਰੀਬ 50 ਸਾਲਾ ਬੀਬੀ ਨੂੰ ਮੰਗਲਵਾਰ ਨੂੰ ਟੀਕਾ ਲਗਾਇਆ ਗਿਆ, ਪਰ 10 ਮਿੰਟ ਦੇ ਅੰਦਰ ਉਸ ਨੂੰ ਐਲਰਜੀ ਹੋਣ ਲੱਗੀ, ਸਾਹ ਫੁੱਲਣ ਲੱਗਿਆ ਅਤੇ ਦਿਲ ਦੀ ਧੜਕਨ ਬਹੁਤ ਤੇਜ਼ ਹੋ ਗਈ। ਉਸ ਨੂੰ ਗੰਭੀਰ ਐਲਰਜੀ ਦੇ ਇਲਾਜ 'ਚ ਇਸਤੇਮਾਲ ਹੋਣ ਵਾਲੀ ਦਵਾਈ ਦਿੱਤੀ ਗਈ, ਪਰ ਦਵਾਈ ਖਾਣ ਦੇ ਕੁਝ ਦੇਰ ਬਾਅਦ ਹੀ ਫਿਰ ਤੋਂ ਉਹ ਸਮੱਸਿਆ ਸ਼ੁਰੂ ਹੋ ਗਈ। ਇਸ ਕਾਰਨ ਬੀਬੀ ਨੂੰ ICU 'ਚ ਦਾਖਲ ਕਰਨਾ ਪਿਆ ਤੇ ਉਸ ਦੇ 2 ਦਿਨ ਬਾਅਦ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਬੀਬੀ ਨੂੰ ਕਦੇ ਕਿਸੇ ਚੀਜ਼ ਨਾਲ ਐਲਰਜੀ ਨਹੀਂ ਹੋਈ। ਇਸ ਤਰ੍ਹਾਂ ਬੁੱਧਵਾਰ ਨੂੰ ਟੀਕਾ ਲਗਵਾਉਣ ਵਾਲੇ ਮਰਦ ਨੂੰ ਵੀ 10 ਮਿੰਟ ਦੇ ਅੰਦਰ ਟੀਕੇ ਦੇ ਮਾੜੇ ਪ੍ਰਭਾਵ ਨਾਲ ਜੂਝਣਾ ਪਿਆ। ਉਸ ਨੂੰ ਅੱਖਾਂ 'ਚ ਸੂਜਨ ਅਤੇ ਗਲੇ 'ਚ ਖਾਰਿਸ਼ ਦਾ ਸਾਹਮਣਾ ਕਰਨਾ ਪਿਆ। ਐਮਰਜੈਂਸੀ ਕਮਰੇ 'ਚ ਲਿਜਾ ਕੇ ਉਸ ਦਾ ਇਲਾਜ ਕੀਤਾ ਗਿਆ ਅਤੇ 1 ਘੰਟੇ ਦੇ ਅੰਦਰ ਉਸ ਦੀ ਹਾਲਤ ਆਮ ਹੋ ਗਈ। ਅਮਰੀਕਾ ਦੇ ਮਾਹਿਰ ਡਾਕਟਰ ਪੌਲ ਆਫਿਟ ਨੇ ਕਿਹਾ ਹੈ ਕਿ ਟੀਕਾਕਰਨ ਦੇ ਸਮੇਂ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਟੀਕਾ ਲਗਵਾਉਣ ਵਾਲੇ ਲੋਕਾਂ ਨੂੰ 15 ਮਿੰਟ ਤੱਕ ਕੇਂਦਰ ਤੇ ਰੋਕੇ ਰਹਿਣਾ ਜ਼ਰੂਰੀ ਹੈ, ਤਾਂ ਕਿ ਮਾੜੇ ਪ੍ਰਭਾਵਾਂ ਦੀ ਸਥਿਤੀ ਵਿੱਚ ਉਹਨਾਂ ਦਾ ਤੁਰੰਤ ਇਲਾਜ ਹੋ ਸਕੇ। ਫਾਈਜ਼ਰ ਕੰਪਨੀ ਦੇ ਬੁਲਾਰੇ ਜ਼ੇਰਿਕਾ ਪ੍ਰਿਸਟਨ ਨੇ ਕਿਹਾ ਹੈ ਕਿ ਅਲਾਸਕਾ ਮਾਮਲੇ 'ਚ ਕੰਪਨੀ ਨੂੰ ਅਜੇ ਪੂਰਾ ਬਿਊਰਾ ਨਹੀਂ ਮਿਲਿਆ ਹੈ। ਇਸ ਦੇ ਪਹਿਲੇ ਕੰਪਨੀ ਨੇ ਬ੍ਰਿਟੇਨ 'ਚ ਉਸ ਦੇ ਟੀਕੇ ਦੇ ਮਾੜੇ ਪ੍ਰਭਾਵਾਂ ਨਾਲ ਜੂਝਣ ਵਾਲੇ 2 ਲੋਕਾਂ ਦੇ ਬਾਰੇ 'ਚ ਕਿਹਾ ਸੀ ਕਿ ਉਹਨਾਂ ਨੂੰ ਐਲਰਜੀ ਦੀ ਪੁਰਾਣੀ ਬਿਮਾਰੀ ਸੀ। ਖੇਤੀਬਾੜੀ ਕਾਨੂੰਨਾਂ ਵਿਰੁੱਧ ਟਿੱਕਰੀ ਸਰਹੱਦ ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 23ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਤੇ ਡਟੇ ਹੋਏ ਹਨ। ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜਿੱਦ ਤੇ ਅੜੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਦਿੱਲੀ ਦੀਆਂ ਸਰਹੱਦਾਂ ਤੇ ਡਟੇ ਕਿਸਾਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਹਰ ਪ੍ਰਸਤਾਵ ਅਤੇ ਸਰਕਾਰ ਦੀ ਹਰ ਅਪੀਲ ਨੂੰ ਰੱਦ ਕਰ ਰਹੇ ਹਨ। ਪੰਜਾਬ ਹਰਿਆਣਾ ਦੇ ਕਿਸਾਨ ਲਗਾਤਾਰ ਦਿੱਲੀ ਸਰਹੱਦ ਤੇ ਪਹੁੰਚ ਰਹੇ ਹਨ। ਕਿਸਾਨ ਨੇਤਾਵਾਂ ਨੇ ਦੋਸ਼ ਲਾਇਆ ਹੈ ਕਿ ਪ੍ਰਦਰਸ਼ਨਕਾਰੀਆਂ ਨੂੰ ਰਸਤੇ ਵਿੱਚ ਹੀ ਰੋਕਿਆ ਜਾ ਰਿਹਾ ਹੈ। ਇਹ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਰੋਕ-ਟੋਕ ਬੰਦ ਨਾ ਕੀਤੀ ਤਾਂ ਸਾਰੀਆਂ ਸੜਕਾਂ ਦੁਬਾਰਾ ਬੰਦ ਕਰ ਦਿੱਤੀਆਂ ਜਾਣਗੀਆਂ। ਸਿੰਘੂ ਸਰਹੱਦ ਤੇ ਕੇਂਦਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਦਿਆਲ ਸਿੰਘ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਅਸੀਂ ਇਹਨਾਂ ਕਾਨੂੰਨਾਂ ਵਿਰੁੱਧ ਆਪਣੀ ਲੜਾਈ ਨਹੀਂ ਛੱਡਾਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਇਹਨਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ, ਉਦੋਂ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ। ਅਮਰੀਕਾ ਦੀ ਪਾਬੰਦੀ ਦੇ ਬਾਵਜੂਦ ਤੁਰਕੀ ਰੂਸ ਤੋਂ ਹਥਿਆਰਾਂ ਦੀ ਖਰੀਦ ਦੇ ਸਮਝੌਤੇ ਤੇ ਕਾਇਮ ਰਹੇਗਾ। ਤੁਰਕੀ ਦੇ ਵਿਦੇਸ਼ ਮੰਤਰੀ ਮੇਲਵਟ ਕੋਵੁਸੋਗਲੂ ਨੇ ਕਿਹਾ ਹੈ ਕਿ ਅਮਰੀਕਾ ਦੀ ਪਾਬੰਦੀ ਦਾ ਉਚਿਤ ਸਮੇਂ ਤੇ ਜਵਾਬ ਵੀ ਦਿੱਤਾ ਜਾਵੇਗਾ। ਉਹਨਾਂ ਇਹ ਨਹੀਂ ਦੱਸਿਆ ਕਿ ਉਹ ਕਿਸ ਤਰ੍ਹਾਂ ਨਾਲ ਜਵਾਬ ਦੇਣਗੇ। ਅਮਰੀਕਾ ਨੇ ਪਿਛਲੇ ਦਿਨੀ ਰੂਸ ਵਿੱਚ ਬਣੇ ਮਿਜ਼ਾਈਲ ਡਿਫੈਂਸ ਸਿਸਟਮ ਦੀ ਤਾਇਨਾਤੀ ਨੂੰ ਲੈ ਕੇ ਤੁਰਕੀ ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ ਦਾ ਕਹਿਣਾ ਸੀ ਕਿ ਤੁਰਕੀ ਨਾਟੋ ਦਾ ਮੈਂਬਰ ਹੈ ਅਤੇ ਰੂਸ ਦੀ S-400 ਸਿਸਟਮ ਦੀ ਮਿਜ਼ਾਈਲ ਤਕਨੀਕੀ ਮਾਪਦੰਡ ਤੇ ਖਰੀ ਨਹੀਂ ਉਤਰਦੀ ਹੈ ਅਤੇ ਯੂਰੋ ਐਟਲਾਂਟਿਕ ਲਈ ਖਤਰਾ ਹੈ। ਇਹ ਪਹਿਲਾ ਮੌਕਾ ਹੈ ਅਮਰੀਕਾ ਨੇ CAATSA ਤਹਿਤ ਆਪਣੇ ਸਹਿਯੋਗੀ ਦੇਸ਼ ਤੇ ਪਾਬੰਦੀ ਲਗਾਈ ਹੈ। ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਹੁਣੇ ਖਰੀਦੇ ਸੌਦੇ ਤੇ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਉੱਠਦਾ। ਅਸੀਂ ਦੇਖ ਰਹੇ ਹਾਂ ਕਿ ਅਮਰੀਕਾ ਦੀਆਂ ਪਾਬੰਦੀਆਂ ਦਾ ਅਸਰ ਪੈਂਦਾ ਹੈ। ਉਹਨਾਂ ਕਿਹਾ ਕਿ ਤੁਰਕੀ ਅਤੇ ਅਮਰੀਕਾ ਦੇ ਸੰਬੰਧ ਇਸ ਗੱਲ ਤੋਂ ਤੈਅ ਹੋਣਗੇ ਕਿ ਆਉਣ ਵਾਲੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕਿਸ ਤਰ੍ਹਾਂ ਨਾਲ ਤੁਰਕੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਹਨ। ਤਾਲਿਬਾਨ ਨਾਲ ਅਫਗਾਨਿਸਤਾਨ ਸਰਕਾਰ ਦੀ ਚੱਲ ਰਹੀ ਵਾਰਤਾ ਪ੍ਰਕਿਰਿਆ ਪ੍ਰਤੀ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਤੋਂ ਆਪਣਾ ਸਮਰਥਨ ਪ੍ਰਗਟਾਇਆ ਹੈ। ਅਜਿਹਾ ਕਰਕੇ ਇਮਰਾਨ ਅਫਗਾਨਿਸਤਾਨ ਨੂੰ ਆਪਣੇ ਕਰੀਬ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਪਾਕਿਸਤਾਨ ਨੂੰ ਅੱਤਵਾਦ ਦੇ ਸੰਰਖਣ ਦੀ ਨੀਤੀ ਕਾਰਨ ਦੂਰ ਚਲਾ ਗਿਆ ਹੈ। ਇਮਰਾਨ ਇਸ ਚਾਲ ਤੋਂ ਅਫਗਾਨਿਸਤਾਨ ਨੂੰ ਭਾਰਤ ਤੋਂ ਦੂਰ ਕਰਨਾ ਵੀ ਚਾਹ ਰਹੇ ਹਨ। ਦੋਹਾਂ ਵਾਰਤਾਂ 'ਚ ਸ਼ਾਮਲ ਤਾਲਿਬਾਨ ਰਾਜਨੀਤਿਕ ਕਮਿਸ਼ਨ ਦਾ ਗਰੁੱਪ ਬੁੱਧਵਾਰ ਨੂੰ 3 ਦਿਨਾਂ ਦੇ ਦੌਰੇ ਤੇ ਇਸਲਾਮਾਬਾਦ ਆਇਆ। ਗਰੁੱਪ ਨੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨਾਲ ਮੁਲਾਕਾਤ ਕੀਤੀ। ਇਹ ਗਰੁੱਪ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀ ਮਿਲੇਗਾ। ਤਾਲਿਬਾਨ ਦੇ ਗਰੁੱਪ ਦੇ ਦੌਰੇ ਸਮੇਂ ਹੀ ਇਮਰਾਨ ਨੇ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਦੋਹਾਂ
ਵਿੱਚ ਚੱਲ ਰਹੀ ਸ਼ਾਂਤੀ ਵਾਰਤਾ ਦੇ ਸੰਬੰਧ ਵਿੱਚ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਇਸ ਵਾਰਤਾ ਵਿੱਚ ਸ਼ਾਮਲ ਸਾਰੇ ਪੱਖਾਂ ਦਾ ਸੰਪਰਕ ਵਿੱਚ ਹੈ ਅਤੇ ਉਹ ਚਾਹੁੰਦੀ ਹੈ ਕਿ ਵਾਰਤਾ ਸਫਲ ਹੋਵੇ ਤੇ ਅਫਗਾਨਿਸਤਾਨ ਵਿੱਚ ਸ਼ਾਂਤੀ ਸਥਾਪਿਤ ਹੈ। ਅਫਗਾਨਿਸਤਾਨ ਵਿੱਚ ਸ਼ਾਂਤੀ ਖੇਤਰ ਸਥਿਰਤਾ ਲਈ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਇਮਰਾਨ ਨੇ ਨਵੰਬਰ ਵਿੱਚ ਕਾਬੁਲ ਦਾ ਦੌਰਾ ਕੀਤਾ ਸੀ ਅਤੇ ਉੱਥੇ ਅਫਗਾਨ ਨੇਤਾਵਾਂ ਨਾਲ ਵਾਰਤਾ ਕੀਤੀ ਸੀ। ਸ਼ਾਂਤੀ ਵਾਰਤਾ ਦੇ ਸੰਬੰਧ ਵਿੱਚ ਅਮਰੀਕੀ ਜਨਰਲ ਮਾਰਕ ਏ ਮਿਲੀ ਨੇ ਕਤਰ ਵਿੱਚ ਤਾਲਿਬਾਨ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਵਾਰਤਾ ਵਿੱਚ ਅਫਗਾਨਿਸਤਾਨ ਵਿੱਚ ਸ਼ਾਂਤੀ ਦੀ ਅਪੀਲ ਕੀਤੀ ਗਈ। ਜਨਰਲ ਮਿਲੀ ਨੇ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਦੀ ਵਾਪਸੀ ਦੇ ਪ੍ਰੋਗਰਾਮ ਦੇ ਸੰਬੰਧ ਵਿੱਚ ਗੱਲ ਕੀਤੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਸਾਲ 2016 ਚ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰੂਸੀ ਹੈਕਰਾਂ ਨੇ ਨਾ ਤਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਜਿੱਤਣ 'ਚ ਮਦਦ ਕੀਤੀ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੇ ਅੰਦਰੂਨੀ ਸਿਆਸੀ ਮਾਮਲਿਆਂ 'ਚ ਦਖਲ ਅੰਦਾਜ਼ੇ ਕੀਤੇ ਹਨ। ਇਹ ਸਾਰੀਆਂ ਗੱਲਾਂ ਸੁਣੀਆਂ ਸੁਣਾਈਆਂ ਜਾਂ ਅਫਵਾਹਾਂ ਹਨ। ਇਹ ਰੂਸ ਅਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਨੂੰ ਤੋੜਨ ਦੀ ਸਾਜ਼ਿਸ਼ ਹੈ। ਇਹ ਇੱਕ ਕਾਰਨ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਮਿਆਦ ਨੂੰ ਸਵੀਕਾਰ ਨਾ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਨਤੀਜੇ ਵਜੋਂ ਰੂਸ ਅਮਰੀਕਾ ਵਿਚਾਲੇ ਇਹ ਸੰਬੰਧ ਅਮਰੀਕਾ ਦੀ ਨੀਤੀ ਦਾ ਸ਼ਿਕਾਰ ਬਣ ਗਿਆ। ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਉਮੀਦ ਵਿਅਕਤ ਕਰਦੇ ਹਾਂ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ 'ਚ ਦੋਵਾਂ ਦੇਸ਼ਾਂ ਦੇ ਸੰਬੰਧ 'ਚ ਸੁਧਾਰ ਹੋਵੇਗਾ। ਅਮਰੀਕਾ ਕੋਰੋਨਾ ਵਾਇਰਸ ਨਾਲ ਦੁਨੀਆ 'ਚ ਸਭ ਤੋਂ ਜ਼ਿਆਦਾ ਇਨਫੈਕਟਡ ਹੋਇਆ ਹੈ। ਦੇਸ਼ 'ਚ ਹੁਣ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਲਾਹਕਾਰਾਂ ਨੇ ਮੋਡਰਨਾ ਦੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇਣ ਦੇ ਪੱਖ 'ਚ ਵੋਟ ਦਿੱਤਾ ਹੈ। CNS ਅਨੁਸਾਰ FDA ਸੀਨੀਅਰ ਅਧਿਕਾਰੀਆਂ ਨੇ ਕਿਹਾ ਉਹਨਾਂ EUA ਨਾਲ ਤੇਜ਼ੀ ਨਾਲ ਅੱਗੇ ਵਧਣ ਦੀ ਯੋਜਨਾ ਬਣਾਈ। ਮੋਡਰਨਾ ਦੀ ਕੋਰੋਨਾ ਵੈਕਸੀਨ ਦੇ ਸੰਬੰਧ 'ਚ ਅੱਜ ਦੀ ਸਲਾਹਕਾਰ ਕਮੇਟੀ ਦੀ ਸਕਾਰਾਤਮਕ ਬੈਠਕ ਤੋਂ ਬਾਅਦ FDA ਪ੍ਰਸ਼ਾਸਨ ਨੇ ਸਪਾਂਸਰ ਨੂੰ ਸੂਚਿਤ ਕੀਤਾ ਹੈ ਕਿ ਉਹ ਤੇਜ਼ੀ ਨਾਲ ਐਮਰਜੈਂਸੀ ਉਪਯੋਗ ਦੀ ਮਨਜ਼ੂਰੀ ਦੇਣ ਦੀ ਦਿਸ਼ਾ 'ਚ ਕੰਮ ਕਰੇਗਾ। CN ਅਨੁਸਾਰ FDA ਦੇ ਕਮਿਸ਼ਨਰ ਡਾਕਟਰ ਸਟੀਫਨ ਅਤੇ FDA ਦੇ ਸੈਂਟਰ ਫਾਰ ਬਾਇਓਲੋਜਿਕ ਇਵੈਲੂਏਸ਼ਨ ਐਂਡ ਰਿਸੋਰਸ ਦੇ ਨਿਰਦੇਸ਼ਕ ਡਾਕਟਰ ਪੀਟਰ ਮਾਰਕਸ ਨੇ ਇੱਕ ਬਿਆਨ 'ਚ ਇਹ ਗੱਲ ਕਹੀ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਹੁੰ ਚੁੱਕ ਸਮਾਗਮ ਦਾ ਪ੍ਰਬੰਧ ਕਰਨ ਵਾਲੀ ਕਮੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਾ ਹੋਣ। ਬਾਈਡਨ ਦੀ ਆਪਣੀ ਯੋਜਨਾ ਕਮੇਟੀ ਨੇ ਇਸ ਤੋਂ ਪਹਿਲਾਂ ਘੋਸ਼ਣਾ ਕੀਤੀ ਸੀ ਕਿ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਕੈਪੀਟਲ ਬਿਲਡਿੰਗ ਦੇ ਬਾਹਰ ਆਯੋਜਿਤ ਹੋਵੇਗਾ। ਉੱਥੇ ਹੀ ਸਹੁੰ ਚੁੱਕ ਸਮਾਰੋਹ ਨਾਲ ਸੰਬੰਧਿਤ ਸਾਂਝੀ ਕਾਂਗਰਸ ਨੈਸ਼ਨਲ ਕਮੇਟੀ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਸੰਬੰਧਿਤ ਸਾਵਧਾਨੀਆਂ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਕਮੀ ਕੀਤੀ ਜਾਵੇਗੀ। ਆਮ ਤੌਰ ਤੇ ਇਸ ਸਮਾਗਮ ਲਈ ਕਾਂਗਰਸ ਦੇ ਮੈਂਬਰਾਂ ਦੇ ਖੇਤਰ ਦੇ ਵੋਟਰਾਂ ਵਿਚਕਾਰ 2 ਲੱਖ ਟਿਕਟਾਂ ਵੰਡੀਆਂ ਜਾਂਦੀਆਂ ਹਨ, ਪਰ ਇਸ ਵਾਰ ਸਿਰਫ 1000 ਟਿਕਟ ਵੰਡੀਆਂ ਜਾਣਗੀਆਂ। ਇਸ ਲਈ ਲੋਕਾਂ ਨੂੰ ਘਰਾਂ 'ਚ ਬੈਠ ਕੇ TV ਤੇ ਇਹ ਸਮਾਗਮ ਦੇਖਣ ਦੀ ਅਪੀਲ ਕੀਤੀ ਗਈ ਹੈ। ਅਮਰੀਕਾ ਨੇ ਚੀਨ ਅਤੇ ਸੰਯੁਕਤ ਅਰਬ ਅਮੀਰਾਤ ਸਥਿਤ ਪੈਟਰੋਲੀਅਮ ਉਤਪਾਦ ਦੀਆਂ 4 ਕੰਪਨੀਆਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ। ਇਹ ਕੰਪਨੀਆਂ ਈਰਾਨ ਤੋਂ ਪੈਟਰੋਕੈਮੀਕਲਜ਼ ਲੈ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਅਹੁਦੇ ਨੂੰ ਛੱਡਣ ਤੋਂ ਪਹਿਲੇ ਈਰਾਨ ਤੇ ਹੋਰ ਪਾਬੰਦੀਆਂ ਲਗਾ ਸਕਦੇ ਹਨ। ਇਹ ਕਾਰਵਾਈ ਉਸੇ ਕੜੀ ਵਿੱਚ ਹੈ। ਅਮਰੀਕਾ ਦੇ ਵਿੱਤ ਮੰਤਰਾਲੇ ਨੇ ਦੱਸਿਆ ਕਿ 4 ਕੰਪਨੀਆਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ। ਇਹ ਕੰਪਨੀਆਂ ਈਰਾਨ ਦੀ ਟ੍ਰਿਲੀਅਨਸ ਪੈਟਰੋਕੈਮੀਕਲ ਕੰਪਨੀ ਲਿਮਟਿਡ ਤੋਂ ਉਤਪਾਦ ਦੀ ਬਰਾਮਦ ਕਰਦੀਆਂ ਹਨ। ਇਸ ਕੰਪਨੀ ਤੇ ਜਨਵਰੀ ਮਹੀਨੇ ਵਿੱਚ ਹੀ ਅਮਰੀਕਾ ਪ੍ਰਸ਼ਾਸਨ ਨੇ ਪਾਬੰਦੀ ਲਗਾ ਦਿੱਤੀ ਸੀ। ਇਸ ਦੇ ਇਲਾਵਾ ਵੀਅਤਨਾਮ ਗੈਸ ਅਤੇ ਕੈਮੀਕਲਜ਼ ਟਰਾਂਸਪੋਰਟੇਸ਼ਨ ਕਾਰਪੋਰੇਸ਼ਨ ਤੇ ਵੀ ਈਰਾਨ ਨਾਲ ਸੰਬੰਧ ਹੋਣ ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਪਾਬੰਦੀ ਤੇ ਵੀਅਤਨਾਮ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਥੀ ਨੇ ਕਿਹਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਅਮਰੀਕਾ ਰੋਕ ਹਟਾਏਗਾ। ਈਰਾਨ ਅਤੇ ਵੀਅਤਨਾਮ ਵਿਚਕਾਰ ਨਾਗਰਿਕ ਅਤੇ ਜ਼ਰੂਰੀ ਵਸਤਾਂ ਸੰਬੰਧੀ ਵਪਾਰ ਹੀ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੇ ਟਰੰਪ ਸਰਕਾਰ ਲਗਾਤਾਰ ਈਰਾਨ ਤੇ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਰਹੀ ਹੈ। ਜਾਣਕਾਰ ਇਹ ਕਹਿ ਚੁੱਕੇ ਹਨ ਕਿ ਈਰਾਨ ਖਿਲਾਫ ਚੱਲ ਰਹੀ ਇਹ ਕਾਰਵਾਈ ਜੋ ਬਾਈਡਨ ਦੇ ਸੱਤਾ ਸੰਭਾਲਣ ਪਿੱਛੋਂ ਈਰਾਨ ਨਾਲ ਪਰਮਾਣੂ ਸਮਝੌਤੇ ਤੇ ਅੱਗੇ ਵਧਣ ਦੀ ਰਾਹ ਵਿੱਚ ਦਿੱਕਤਾਂ ਪੈਦਾ ਕਰੇਗੀ। ਜਿਨ੍ਹਾਂ ਕੰਪਨੀਆਂ ਤੇ ਬੁੱਧਵਾਰ ਨੂੰ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਵਿੱਚ ਚੀਨ ਸਥਿਤ ਡੋਂਗਈ ਇੰਟਰਨੈਸ਼ਨਲ ਸ਼ਿਪ ਮੈਨੇਜਮੈਂਟ ਲਿਮਟਿਡ, ਪੈਟਰੋਲੀਅਮ ਸਾਊਥ ਈਸਟ ਲਿਮਟਿਡ UAE ਸਥਿਤ ਅਲਫਾ ਟ੍ਰੇਡਿੰਗ FZE ਅਤੇ ਪੈਟਰੋਲੀਅਮ ਟ੍ਰੇਡਿੰਗ FZE ਹਨ। ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚਕਾਰ ਉੱਤਰ ਪੂਰਬੀ ਇਲਾਕੇ ਵਿੱਚ ਬਰਫੀਲੇ ਤੂਫਾਨ ਕਾਰਨ ਟੀਕਾਕਰਨ ਮੁਹਿੰਮ ਤੇ ਅਸਰ ਪੈਣ ਦੀ ਸੰਭਾਵਨਾ ਹੈ। ਉੱਤਰੀ ਵਰਜੀਨੀਆ ਤੋਂ ਲੈ ਕੇ ਨਿਊਯਾਰਕ ਸਿਟੀ ਤੱਕ ਭਾਰੀ ਬਰਫ਼ਬਾਰੀ ਹੋਈ। ਕੁਝ ਸਥਾਨਾਂ ਤੇ 0.6 ਮੀਟਰ ਤੱਕ ਬਰਫ਼ਬਾਰੀ ਡਿੱਗੀ ਹੈ। ਬਰਫ਼ਬਾਰੀ ਕਾਰਨ ਕੋਰੋਨਾ ਦੇ ਜਾਂਚ ਕੇਂਦਰਾਂ ਨੂੰ ਵੀ ਚਲਾਉਣ ਵਿੱਚ ਮੁਸ਼ਕਲਾਂ ਆ ਸਕਦੀਆਂ ਹਨ। ਅਧਿਕਾਰੀਆਂ ਦਾ
ਮੰਨਣਾ ਹੈ ਕਿ ਠੰਡ ਦੇ ਬਾਵਜੂਦ ਅਗਲੇ ਮੋਰਚੇ ਦੇ ਸਿਹਤ ਕਾਮਿਆਂ ਲਈ ਸੋਮਵਾਰ ਤੋਂ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤੇ ਅੱਗੇ ਅਸਰ ਨਹੀਂ ਪਵੇਗਾ। ਟੀਕੇ ਦੀਆਂ 30 ਲੱਖ ਖੁਰਾਕਾਂ ਫਰੰਟ ਲਾਈਨ ਦੇ ਕਰਮਚਾਰੀਆਂ ਅਤੇ ਨਰਸਿੰਗ ਹੋਮ ਨਾਲ ਜੁੜੇ ਸਿਹਤ ਕਾਮਿਆਂ ਨੂੰ ਦਿੱਤੀਆਂ ਜਾਣਗੀਆਂ। ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾ ਮੰਤਰੀ ਅਲੈਕਸ ਅਜ਼ਰ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਸਰਕਾਰ ਟੀਕੇ ਦੀ ਵਿਵਸਥਾ ਤੇ ਸਖਤ ਨਜ਼ਰ ਆ ਰਹੀ ਹੈ ਅਤੇ ਤੂਫਾਨ ਬਰਫ਼ਬਾਰੀ ਤੋਂ ਨਜਿੱਠਣ ਲਈ ਸਾਰੇ ਬੰਦੋਬਸਤ ਕੀਤੇ ਗਏ ਹਨ। ਉਹਨਾਂ ਨੂੰ ਪਤਾ ਹੈ ਕਿ ਬਰਫ਼ਬਾਰੀ ਅਤੇ ਪ੍ਰਤੀਕੂਲ ਮੌਸਮ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਅਸੀਂ ਵੀ ਸਾਥ ਦੇ ਰਹੇ ਹਾਂ ਅਤੇ ਨਿਗਰਾਨੀ ਕਰ ਰਹੇ ਹਾਂ। ਟੀਕੇ ਲੈ ਜਾ ਰਹੇ ਟਰੱਕ ਨੂੰ ਬਰਫ਼ਬਾਰੀ ਕਾਰਨ ਰਾਹ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਨਿਊਯਾਰਕ ਦੇ ਗਵਰਨਰ ਮੁਤਾਬਕ ਤਕਰੀਬਨ 90 ਹਸਪਤਾਲਾਂ ਵਿੱਚ ਟੀਕੇ ਨੂੰ ਪਹੁੰਚਾਇਆ ਗਿਆ ਹੈ। ਯੂਕੇ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਪ੍ਰੋਗਰਾਮ ਦੇ ਪਹਿਲੇ ਹਫ਼ਤੇ ਦੌਰਾਨ ਤਕਰੀਬਨ 1,40,000 ਦੇ ਨੇੜੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਵੈਕਸੀਨ ਰੋਲ ਆਊਟ ਦੇ ਇੰਚਾਰਜ ਮੰਤਰੀ ਨਾਦਮ ਯਾਬੀ ਨੇ ਟਵੀਟ ਨਾਲ ਜਾਣਕਾਰੀ ਦਿੱਤੀ ਕਿ 8 ਤੋਂ 15 ਦਸੰਬਰ ਦਰਮਿਆਨ ਲਗਭਗ 1,37,897 ਲੋਕਾਂ ਨੂੰ ਫਾਈਜ਼ਰ ਬਾਇਓਟੈਕ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ। 1,08,000 ਵੇਲਜ਼ ਅਤੇ 7,897 ਉੱਤਰੀ ਆਇਰਲੈਂਡ, 4,000 ਅਤੇ ਸਕਾਟਲੈਂਡ ਵਿੱਚ 18,000 ਦੇ ਲਗਭਗ ਟੀਕੇ ਲਗਾਏ ਗਏ ਹਨ। ਜ਼ਿਆਦਾ ਲੋਕਾਂ ਨੂੰ ਟੀਕਾ ਲਗਾਉਣ ਲਈ 200 ਦੇ ਕਰੀਬ ਸਥਾਨਕ ਟੀਕਾਕਰਨ ਕਲੀਨਿਕ ਹਫ਼ਤੇ ਦੇ ਅੰਤ ਤੱਕ ਚਾਲੂ ਹੋਣ ਦੀ ਉਮੀਦ ਹੈ ਅਤੇ ਆਉਣ ਵਾਲੇ ਹਫ਼ਤਿਆਂ ਵਿੱਚ ਤਕਰੀਬਨ 1000 ਹੋਰਾਂ ਦੀ ਵਿਵਸਥਾ ਹੋਵੇਗੀ। ਸਰਕਾਰ ਸਿਹਤ ਸਮੱਸਿਆਵਾਂ ਵਾਲੇ 50 ਸਾਲ ਤੋਂ ਵੱਧ ਅਤੇ ਛੋਟੇ ਬਾਲਗਾਂ ਲਈ ਟੀਕਾਕਰਨ ਪੇਸ਼ ਕਰਨਾ ਚਾਹੁੰਦੀ ਹੈ, ਪਰ ਰਾਸ਼ਟਰੀ ਆਡਿਟ ਦਫ਼ਤਰ ਮੁਤਾਬਕ ਟੀਕੇ ਦੀ ਢੋਆ-ਢੁਆਈ ਦੀਆਂ ਚੁਣੌਤੀਆਂ ਅਜੇ ਬਾਕੀ ਹਨ। ਵਿਸ਼ਵ ਸਿਹਤ ਸੰਗਠਨ ਨੇ ਅੱਜ ਕਿਹਾ ਹੈ ਕਿ ਏਸ਼ੀਆਈ ਪੈਸੀਫਿਕ ਖੇਤਰਾਂ ਦੇ ਮੁਲਕਾਂ ਨੂੰ ਕੋਵਿਡ-19 ਦੇ ਟੀਕਿਆਂ ਤੱਕ ਛੇਤੀ ਪਹੁੰਚ ਮਿਲਣ ਦੀ ਗਾਰੰਟੀ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਮਹਾਮਾਰੀ ਤੋਂ ਬਚਾਅ ਲਈ ਲੰਮੇ ਸਮੇਂ ਦੀ ਪਹੁੰਚ ਅਪਣਾਈ ਜਾਵੇ। ਵਿਸ਼ਵ ਸਿਹਤ ਸੰਗਠਨ ਦੇ ਖੇਤਰੀ ਨਿਰਦੇਸ਼ਕ ਡਾਕਟਰ ਤਾਕੇਸ਼ੀ ਕਸਈ ਨੇ ਇੰਡੋਨੇਸ਼ੀਆ ਦੀ ਰਾਜਧਾਨੀ ਜ਼ਕਾਰਤਾ ਵਿੱਚ ਕਿਹਾ, ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਦਾ ਵਿਕਾਸ ਇੱਕ ਕੰਮ ਹੈ। ਇਸ ਦਾ ਵੱਡੀ ਮਾਤਰਾ ਵਿੱਚ ਉਤਪਾਦਨ ਕਰਨਾ ਅਤੇ ਹਰੇਕ ਤੱਕ ਪਹੁੰਚਾਉਣਾ ਵੱਖਰਾ ਕੰਮ ਹੈ। ਸੰਗਠਨ ਦੇ ਇੱਕ ਹੋਰ ਅਧਿਕਾਰੀ ਨੇ ਕਿਹਾ ਕਿ ਕੁਝ ਮੁਲਕਾਂ ਦੇ ਵੈਕਸੀਨ ਦੀ ਖਰੀਦ ਸੰਬੰਧੀ ਆਜ਼ਾਦਾਨਾ ਸਮਝੌਤੇ ਹਨ ਅਤੇ ਉਹ ਅਗਲੇ ਮਹੀਨਿਆਂ ਵਿੱਚ ਵੈਕਸੀਨ ਮੁਹਿੰਮ ਸ਼ੁਰੂ ਕਰ ਸਕਦੇ ਹਨ। ਬਾਕੀਆਂ ਦਾ ਟੀਕਾਕਰਨ 2021 ਦੇ ਮੱਧ ਜਾਂ ਅਖੀਰ ਤੱਕ ਕੀਤਾ ਜਾ ਸਕੇਗਾ। ਸੰਯੁਕਤ ਰਾਸ਼ਟਰ ਦੀ ਵਾਤਾਵਰਣ ਬਾਰੇ ਏਜੰਸੀ UNEP ਨੂੰ 29 ਸਾਲਾ ਭਾਰਤੀ ਉਦਮੀ ਵਿਦਿਤ ਮੋਹਨ ਨੂੰ ਯੰਗ ਚੈਂਪੀਅਨਸ ਆਫ ਦੀ ਅਰਥ ਸਨਮਾਨਿਤ ਦਿੱਤਾ ਹੈ। ਇਹ ਸਨਮਾਨ ਪ੍ਰਗਤੀਸ਼ੀਲ ਵਿਚਾਰਾਂ ਤੇ ਉਤਸ਼ਾਹਿਤ ਗਤੀਵਿਧੀਆਂ ਰਾਹੀਂ ਵਾਤਾਵਰਣ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਵਿਦਿਤ ਮੋਹਨ ਪੇਸ਼ੇ ਵਜੋਂ ਇੰਜੀਨੀਅਰ ਹਨ ਅਤੇ ਸਮਾਜਿਕ ਉੱਦਮ ਠੇਕੇਦਾਰ ਦੇ ਸਹਿ ਸੰਸਥਾਪਕ ਹਨ, ਜੋ ਕਿ ਕਿਸਾਨਾਂ ਨੂੰ ਖੇਤੀ ਰਹਿੰਦ-ਖੂੰਹਦ ਖੁੱਲ੍ਹੇ ਵਿੱਚ ਸਾੜਨ ਤੋਂ ਰੋਕਣ ਲਈ ਬਦਲ ਮੁਹੱਈਆ ਕਰਵਾਉਂਦਾ ਹੈ। ਖੇਤੀ ਰਹਿੰਦ-ਖੂੰਹਦ ਨੂੰ ਮੌਕੇ ਤੇ ਹੀ ਰਸਾਇਣ ਜਿਵੇਂ ਕਿ ਐਕਟੀਵੇਟਿਡ ਕਾਰਬਨ ਬਣਾਉਣ ਵਿੱਚ ਮਦਦ ਕੀਤੀ ਜਾਂਦੀ ਹੈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਬਰੁਨ ਕੌਰ ਮਾਨ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।